सतनाम सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच नानक होसी भी सच सतनाम जी वाहेगुरु जी सतनाम जी वाहेगुरु जी सतनाम जी वाहेगुरु जी सतनाम जी वाहेगुरु जी सतनाम 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 जी वाहेगुरु 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 जी सतनाम 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 जी वाहेगुरु 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 जी सतनाम जी वाहेगुरु जी सतनाम जी वाहेगुरु जी सतनाम 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 जी वाहेगुरु 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 जी सतनाम जी 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 वाहेगुरु
मन बसया लगे न दुखा तू मेरो प्यारो ता कैसी भूखा तू मन बसया लगे न दुखा लगे न दुखा लगे न दुखा तू मन बसया लगे न दुखा तू मेरो प्यारो ता कैसी भूखा तू मन बसया लगे न दुखा वाहेगुरु वाहेगुरु वाहेगुरु
ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ ਹੇਮਕੁੰਟ 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 ਦਾ ਤਪਸਵੀ ਆਇਆ ਤਪਸਵੀ ਆਇਆ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ ਹੇਮਕੁੰਟ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ ਹੇਮਕੁੰਟ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ ਹੇਮਕੁੰਟ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ 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 ਹੇਮਕੁੰਟ ਦਾ ਤਪਸਵੀ ਆਇਆ 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 ਦੁਨੀਆ ਦੇ ਤਾਰਨੇ ਨੂੰ ਜਗਤ ਜਲੰਧੜੇ ਨੂੰ ਪਾਈ ਉਹਨੇ ਠੰਡ ਜੀ ਪਾਈ ਉਹਨੇ ਠੰਡ ਜੀ ਪਾਈ ਉਹਨੇ ਠੰਡ ਜੀ ਜਗਤ ਜਲੰਧੜੇ ਨੂੰ ਪਾਈ ਉਹਨੇ ਠੰਡ ਜੀ ਪਾਈ ਉਹਨੇ ਠੰਡ ਜੀ ਪਾਈ ਉਹਨੇ ਠੰਡ ਜੀ ਭਗਤੀ ਤੇ ਸ਼ਕਤੀ ਦੀ ਪਾਈ ਉਹਨੇ ਗੰਢ ਜੀ ਪਾਈ ਉਹਨੇ ਗੰਢ ਜੀ ਪਾਈ ਉਹਨੇ ਗੰਢ ਜੀ ਭਗਤੀ ਤੇ ਸ਼ਕਤੀ ਦੀ ਪਾਈ ਉਹਨੇ ਗੰਢ ਜੀ ਪਾਈ ਉਹਨੇ ਗੰਢ ਜੀ ਪਾਈ ਉਹਨੇ ਗੰਢ ਸਿੱਕਾ ਸੰਤ ਸਿਪਾਹੀ ਦਾ ਚਲਾਇਆ ਦੁਨੀਆ ਦੇ ਤਾਰਨੇ ਨੂੰ ਹੇਮਕੁੰਟ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ ਹੇਮਕੁੰਟ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ ਹੇਮਕੁੰਟ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਹੇਮਕੁੰਟ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਹੇਮਕੁੰਟ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ ਹੇਮਕੁੰਟ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ ਹੇਮਕੁੰਟ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ ਹੇਮਕੁੰਟ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ
सिखाई कुर्बानी दशमेश ने, करनी सिखाई कुर्बानी दशमेश ने, सिमरन दी बूंद हृदय पाई दशमेश ने, सिमरन दी बूंद हृदय पाई दशमेश ने, खंडे बाटे दा अमृत छकाया दुनिया दे तारने नू, हेमकुंट दा तपस्वी आया दुनिया दे तारने नू, हेमकुंट दा तपस्वी आया दुनिया दे तारने नू, हेमकुंट दा तपस्वी आया दुनिया दे तारने नू। धन गुरु गोबिंद सिंह साहिब, 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 हेमकुंट दा तपस्वी आया दुनिया दे तारने नू, हेमकुंट दा तपस्वी आया दुनिया दे तारने नू, हेमकुंट दा तपस्वी आया दुनिया दे तारने नू, हेमकुंट दा तपस्वी आया दुनिया दे तारने नू। लिताड़ी जा रही सी मनुखता इस देश विच, फिरदा सी जालम इंसानां दे भेस विच, जड़ों पुट जालमां नू सी मुकाया दुनिया दे तारने नू, हेमकुंट दा तपस्वी आया 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 दुनिया दे तारने नू, 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 दुनिया दे तारने नू। सारा जगत उस समय दे बादशाह औरंगजेब पासों थर थर कंब रिहा सी। इहदे जुल्म ने हद्दां टप दित्तियां। निरंकार दा रूप धन गुरु तेग बहादुर साहब जी दा बलिदान क्यों होया? क्योंकि जुल्म नूं जड़ों पटना सी। ਜਦੋਂ ਕੋਈ ਬੂਟਾ ਪੁੱਟਣਾ ਹੋਵੇ ਤਾਂ ਉੱਪਰ ਕੁਝ ਨਾ ਕੁਝ ਪਾ ਕੇ ਉਸ ਨੂੰ ਨਰਮ ਕਰਨਾ ਪੈਂਦਾ। ਮਨੁੱਖਤਾ ਲਿਤਾੜੀ ਜਾ ਰਹੀ ਸੀ। ਉੱਚੀਆਂ ਨੀਵੀਆਂ ਜਾਤਾਂ ਦੀਆਂ ਦੀਵਾਰਾਂ ਪਾ ਕੇ ਲੋਕੀ ਇੱਕ ਦੂਸਰੇ ਪਾਸੋਂ ਨਫ਼ਰਤ ਕਰ ਰਹੇ ਸੀ।
ਤੇ ਇਧਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਗਰ ਤਪ ਕਰ ਰਹੇ ਹਨ ਸ਼੍ਰੀ ਹੇਮਕੁੰਡ ਸਾਹਿਬ ਦੀ ਪਵਿੱਤਰ ਧਰਤੀ ਤੇ। ਇਸ ਧਰਤੀ ਤੇ ਕੋਈ ਭਾਗਾਂ ਵਾਲਾ ਹੀ ਪਹੁੰਚਦਾ ਹੈ, ਪਰ ਜਿਹੜਾ ਕੋਈ ਪਹੁੰਚ ਗਿਆ, ਜੋ ਆਨੰਦ, ਇਕਾਗਰਤਾ, ਟਿਕਾਓ ਔਰ ਮਨ ਨੂੰ ਸੁੱਖ ਉੱਥੇ ਮਿਲਦਾ ਹੈ, ਉਹ ਕੋਈ ਰਸਨਾ ਬਿਆਨ ਨਹੀਂ ਕਰ ਸਕਦੀ। ਜਿਹੜਾ ਵੀ ਕੋਈ ਸ਼ਰਧਾ ਸਿਦਕ ਦੇ ਨਾਲ ਇੱਥੇ ਪਹੁੰਚਦਾ ਹੈ, इतना मन ਦਾ ਟਿਕਾਓ ਔਰ ਗੁਰੂ ਕੇ ਸਿਮਰਨ ਵਿੱਚ ਇਤਨਾ ਮਨ ਲੱਗਦਾ ਹੈ ਕਿ ਮਨੁੱਖ ਸਭ ਕੁਝ ਭੁੱਲ ਜਾਂਦਾ ਹੈ। ਸੱਚ ਜਾਣੋ, ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਅੱਜ ਕੀ ਵਾਰ ਹੈ, ਕਿਤਨੇ ਵਜੇ ਹਨ ਔਰ ਕੀ ਕੁਝ ਕਾਰ ਵਿਹਾਰ ਪਿੱਛੇ ਛੱਡ ਕੇ ਆਏ ਹਾਂ, ਸਭ ਕੁਝ ਭੁੱਲ ਜਾਂਦਾ ਹੈ। ਇਸ ਧਰਤੀ ਨੂੰ ਵਰਦਾਨ ਹੈ ਸਿਮਰਨ ਦਾ। ਬੜੇ ਬੜੇ ਰਿਖੀ ਮੁਨੀ ਤਪਸਵੀ ਅੱਜ ਦੇ ਨਹੀਂ, ਯੁੱਗਾਂ ਦੇ ਇੱਥੇ ਬੈਠੇ ਹਨ। ਯੁੱਗਾਂ ਤੋਂ ਜਦੋਂ ਗੋਬਿੰਦ ਘਾਟ ਤੱਕ ਬੱਸਾਂ ਜਾਂਦੀਆਂ ਹਨ ਤੇ ਅੱਗੋਂ ਫਿਰ ਜਿਹੜਾ ਤੁਰਨ ਦਾ ਰਸਤਾ ਹੈ, 12 ਮੀਲ ਲਗਾਤਾਰ ਗੋਬਿੰਦ ਧਾਮ ਜਾ ਕੇ ਪਹੁੰਚੀਦਾ ਸਾਰਾ ਦਿਨ ਸਫ਼ਰ ਕਰਕੇ। ਤੇ ਪਿਆਰ ਵਾਲੀਆਂ ਸੰਗਤਾਂ ਕਿਵੇਂ ਚੌਪਈ ਸਾਹਿਬ ਦੇ ਪਾਠ, ਜਪਜੀ ਸਾਹਿਬ ਦੇ ਪਾਠ, ਸੁਖਮਨੀ ਸਾਹਿਬ ਦੇ ਪਾਠ, ਕੋਈ ਪਤਾ ਹੀ ਨਹੀਂ ਲੱਗਦਾ ਕਿ ਕਿਵੇਂ ਪਹੁੰਚ ਗਏ ਹਨ। ਸੱਚ ਜਾਣੋ, ਜਿਹੜੇ ਸਿਮਰਨ ਦਾ ਆਸਰਾ ਲੈਂਦੇ ਹਨ, ਇੱਕ ਸਿਮਰਨ ਨੂੰ ਨਿਸ਼ਾਨਾ ਰੱਖਦੇ ਹਨ, ਇੱਕ ਗੁਰੂ ਕੇ ਦੀਦਾਰ ਦਾ ਚਾਅ ਰੱਖਦੇ ਹਨ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਬਈ ਇੱਥੋਂ ਤੱਕ ਪਹੁੰਚ ਕਿਵੇਂ ਗਏ ਹਨ। ਜਿਹੜਾ ਸਰੀਰ 4 ਕਦਮ ਚੱਲ ਕੇ ਥੱਕ ਜਾਂਦਾ ਸੀ, ਉਹ ਪਹਾੜੀ ਰਸਤੇ ਵਿੱਚ ਔਰ ਇਤਨਾ ਬਿਖਰਾ ਪੈਂਦਾ ਕਿ ਜਿੱਥੇ ਇੱਕ ਕਦਮ ਰੱਖਣਾ ਵੀ ਔਖਾ ਹੁੰਦਾ ਹੈ, ਪਤਾ ਨਹੀਂ ਕਿਵੇਂ ਪਹੁੰਚ ਗਏ। ਬਹੁਤ ਸਾਰੇ ਐਸੇ ਗੁਰਮੁਖ ਮਿਲੇ ਜਿਨ੍ਹਾਂ ਨੂੰ ਗੋਡਿਆਂ ਦੀ ਪ੍ਰੋਬਲਮ ਸੀ, ਕਿਸੇ ਨੂੰ ਸਾਹ ਦੀ ਤਕਲੀਫ ਹੈ, ਕਿਸੇ ਨੂੰ ਬਲੱਡ ਪ੍ਰੈਸ਼ਰ ਹੈ, ਕਿਸੇ ਨੂੰ ਕੋਈ ਤਕਲੀਫ ਹੈ, ਪਰ ਮਨ ਵਿੱਚ ਚਾਹ ਹੈ, ਹੇ ਕਲਗੀਧਰ ਪਾਤਸ਼ਾਹ ਤੇਰੇ ਦਰ ਦਾ ਦਰਸ਼ਨ ਹੋ ਜਾਵੇ। ਤੇਰਾ ਪਵਿੱਤਰ ਸ਼੍ਰੀ ਹੇਮਕੁੰਡ ਸਾਹਿਬ ਦਾ ਅਸਥਾਨ ਹੈ, ਉੱਥੋਂ ਦੀ ਚਰਨ ਧੂੜੀ ਮਸਤਕ ਤੇ ਲਾ ਲਵਾਂ, ਭਾਵੇਂ ਸਰੀਰ ਚਲਾ ਜਾਏ, ਪਰ ਇੱਕ ਵੇਰਾ ਇਹ ਦਾਤ ਮੇਰੀ ਝੋਲੀ ਵਿੱਚ ਜ਼ਰੂਰ ਪਾਓ। ਤਾਂ ਗੁਰੂ ਕਿਵੇਂ ਸ਼ਕਤੀਆਂ ਬਖਸ਼ਦਾ ਹੈ, ਕਿਵੇਂ ਬਲ ਬਖਸ਼ਦਾ ਹੈ, ਕਿਉਂਕਿ ਪਤਾ ਨਹੀਂ ਕਿਤਨੇ ਯੁਗਾਂ ਤੋਂ ਇੱਥੇ ਸਿਮਰਨ, ਭਜਨ, ਤਪੱਸਿਆ ਇਸੇ ਤਰ੍ਹਾਂ ਹੁੰਦੀ ਆਈ ਹੈ। ਡਾਕਟਰ ਵੀਰ ਸਿੰਘ ਜੀ ਨੇ ਬੜਾ ਉਪਕਾਰ ਕੀਤਾ। ਇਸ ਥਾਂ ਦੀ ਜਦੋਂ ਖਬਰ ਮਿਲੀ ਆਪ ਨੂੰ, ਤਾਂ ਫਿਰ ਹੋਰ ਖੋਜ ਕਰਕੇ, ਪ੍ਰੇਰਨਾ ਦੇ ਕੇ, ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਿੱਤਰ ਨਾਟਕ ਵਿੱਚ ਦੱਸਿਆ ਸੀ ਨਾ, ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜੈ ਵਿਦ ਮੋਇ ਆਨੋ, हेमकुंट पर्वत है जहाँ, सपत श्रृंग सोबत है तहाँ, सपत श्रृंग तै नाम कहावा, पंड राज जै जोग कमावा, तै हम अधिक तपस्या साधी, महाकाल कालिका आराधी। महाकाल ਜਿਹੜਾ ਕਾਲਾਂ ਦਾ ਵੀ ਕਾਲ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ, ਉਹ ਇੱਕ ਹੈ। ਹਜ਼ੂਰ ਕਹਿੰਦੇ ਨੇ ਮੈਂ ਉਸ ਦੀ ਆਰਾਧਨਾ ਕੀਤੀ ਤੇ ਫਿਰ ਇਹ ਬਿਦ ਕਰਤ ਤਪੱਸਿਆ ਭਇਓ, ਦ્વੈ ਤੇ ਏਕ ਰੂਪ ਹੋਵੇ ਗਿਆ। ਨਿਰੰਕਾਰ ਵਿੱਚ ਤੇ ਫਿਰ ਮੇਰੇ ਵਿੱਚ ਕੋਈ ਭੇਦ ਨਾ ਰਹਿ ਗਿਆ। ਤੇ ਨਾਲ ਹੀ ਉਸ ਨਿਰੰਕਾਰ ਨੇ ਹੁਕਮ ਕਰ ਦਿੱਤਾ ਬਈ ਹੁਣ ਹੇਮਕੁੰਡ ਦੀ ਇਕਾਂਤੀ ਨਹੀਂ, ਸੰਸਾਰ ਤੇ ਜਾ ਕੇ ਵਿਚਰੋ ਔਰ ਚੜ੍ਹਦੀਆਂ ਕਲਾ ਦਾ ਬੱਦਾ ਪੈਦਾ ਕਰੋ, ਜੋ ਜ਼ਾਲਮ ਨਾਲ ਟੱਕਰ ਲੈ ਸਕੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਿਉਂਕਿ ਮਨੁੱਖਤਾ ਲਿਤਾਰੀ ਜਾ ਰਹੀ ਸੀ, ਦਿਨੋਂ ਦਿਨ ਜ਼ੁਲਮ ਵੱਧ ਰਹੇ ਸੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪ ਲਿਖਦੇ ਹਨ ਕਿ ਇਹ ਬਿਦ ਕਰਤ ਤਪੱਸਿਆ ਭਇਓ, ਦ્વੈ ਤੇ ਏਕ ਰੂਪ ਹਵੇ ਗਇਓ, ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਬਿਦ ਜੋਗ ਸਾਧਨਾ ਸਾਧਾ, ਤਿਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਤੇ ਫਿਰ ਕੀ ਹੁਕਮ ਹੋਇਆ, ਆਖਿਆ ਜਾਓ ਸੰਸਾਰ ਵਿੱਚ
ਤਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ, ਮੇਰਾ ਜੀ ਨਹੀਂ ਸੀ ਕਰਦਾ ਉਸ ਅਨੰਤ ਦੀ ਪ੍ਰਾਪਤੀ ਤੋਂ ਬਾਅਦ ਮੈਂ ਇਸ ਦੁੱਖਾਂ ਦੇ ਭਰੇ ਹੋਏ ਸੰਸਾਰ ਵਿੱਚ ਵਿਚਰਾਂ। ਮਹਾਰਾਜ ਨੇ ਕਿਹਾ, ਭਾਈ ਨਮੂਨੇ ਦਾ ਬੰਦਾ ਬਣ ਕੇ ਦੱਸੋ ਸੰਸਾਰ ਵਿੱਚ ਕਿ ਕਿਵੇਂ ਜ਼ੁਲਮ ਦਾ ਨਾਸ਼ ਕਰੀਦਾ, ਕਿਵੇਂ ਜ਼ੁਲਮ ਨਾਲ ਟੱਕਰ ਲਈਦੀ ਹੈ, ਕਿਵੇਂ ਆਪਣਾ ਸਭ ਕੁਝ ਉਸ ਪਰਮੇਸ਼ਰ ਦਾ ਸਮਝਣਾ ਹੈ। ਹਜ਼ੂਰ ਨੇ ਇਹ ਕਰਨੀ ਕਮਾਈ ਜੋ ਕੀਤੀ ਹੈ, ਕੋਈ ਸੰਸਾਰ ਤੇ ਪੀਰ ਪੈਗੰਬਰ ਔਲੀਆ ਅਵਤਾਰ ਕਰ ਨਹੀਂ ਸਕਿਆ। ਆਪਣੀ ਅੱਖਾਂ ਦੇ ਸਾਹਮਣੇ ਚਾਰੇ ਲਾਲ ਵਾਰ ਦਿੱਤੇ, ਕੀ ਨਹੀਂ ਸਨ ਕਰ ਸਕਦੇ। ਜੇ ਚਾਹੁੰਦੇ ਤਾਂ ਇੱਕ ਅੱਖ ਦੇ ਫੋਰ ਵਿੱਚ ਸਭ ਕੁਝ ਜਿਤਨੇ ਜ਼ਾਲਮ ਸਨ ਉਹਨਾਂ ਨੂੰ ਮਾਰ ਸਕਦੇ ਸਨ, ਪਰ ਮਹਾਰਾਜ ਨੇ ਇੱਕ ਕਰਨੀ ਕਮਾਈ ਦੱਸੀ ਕਿ ਕੋਈ ਵੀ ਸਿਮਰਨ ਕਰਕੇ ਤਪੱਸਿਆ ਕਰਕੇ ਕੋਈ ਵੀ ਇਹ ਬਲ ਪੈਦਾ ਕਰ ਸਕਦਾ ਹੈ ਕਿ ਜ਼ੁਲਮ ਨਾਲ ਟੱਕਰ ਲੈ ਸਕਦਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆਖਿਆ, ਮੈਂ ਉਹ ਬੰਦਾ ਪੈਦਾ ਕਰਾਂਗਾ ਜੋ ਕਿਸੇ ਨੂੰ ਭੈ ਵੀ ਨਾ ਦੇਵੇ ਅਤੇ ਕਿਸੇ ਦਾ ਭੈ ਵੀ ਨਾ ਮੰਨੇ, ਕਿਉਂਕਿ ਜ਼ੁਲਮ ਕਰਨਾ ਵੀ ਪਾਪ ਹੈ ਔਰ ਜ਼ੁਲਮ ਸਹਿਣਾ ਵੀ ਪਾਪ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੋ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਅਸਥਾਨ ਜਿਨ੍ਹਾਂ ਨੇ ਦਰਸ਼ਨ ਕੀਤਾ ਹੈ, ਮਹਾਪੁਰਖ ਸੰਤ ਸੋਹਣ ਸਿੰਘ ਜੀ, ਹਵਾਲਦਾਰ ਮੋਦਨ ਸਿੰਘ ਜੀ, ਸੰਤ ਠੰਡੀ ਸਿੰਘ ਜੀ, ਇਹ ਇਹਨਾਂ ਮਹਾਪੁਰਖਾਂ ਨੇ ਇੱਥੇ ਬੜੀ ਸੇਵਾ ਕੀਤੀ ਹੈ। ਔਰ ਸੰਤ ਸੋਹਣ ਸਿੰਘ ਜੀ ਦੱਸਿਆ ਕਰਦੇ ਸਨ, ਬਈ ਅਸੀਂ 15-15 ਦਿਨ ਉੱਥੇ ਰਹਿੰਦੇ ਸਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰਨਾ ਆਪ, ਕਿਉਂਕਿ ਉੱਥੇ ਤਾਂ ਬਿਨਾਂ ਸਿਮਰਨ ਦੇ ਕੋਈ ਹੋਰ ਕੰਮ ਹੀ ਨਹੀਂ ਹੁੰਦਾ। ਐਸੇ ਮਨੁੱਖ ਅਭਾਗ ਹਨ ਜਿਹੜੇ ਉੱਥੇ ਜਾ ਕੇ ਵੀ ਮਾੜੇ ਚੰਗੇ ਪਦਾਰਥਾਂ ਦੀ ਭਾਲ ਕਰਦੇ ਹਨ ਜਾਂ ਆਰਾਮ ਦੀ ਸੋਚਦੇ ਹਨ। ਨਹੀਂ ਭਾਈ, ਉਹ ਤਾਂ ਥਾਂ ਹੀ ਐਸਾ ਹੈ ਕਿ ਸਾਸ ਗਰਾਸ ਸਿਮਰਨ ਕਰਨ ਵਾਲੀ ਜਗ੍ਹਾ, ਉੱਥੇ ਤਾਂ ਸਿਮਰਨ ਦਾ ਆਨੰਦ ਹੀ ਬੜਾ ਆਉਂਦਾ ਹੈ। ਮਹਾਪੁਰਖ ਸੰਤ ਸੋਹਣ ਸਿੰਘ ਜੀ ਨੇ ਬਚਨ ਸੁਣਾਇਆ, ਕਹਿਣ ਲੱਗੇ, ਜਦੋਂ ਅਸੀਂ ਗੋਬਿੰਦ ਧਾਮ ਪਹੁੰਚੇ ਉੱਥੇ ਅਖੰਡ ਪਾਠ ਪ੍ਰਾਰੰਭ ਕਰ ਦਿੱਤਾ ਤੇ ਫਿਰ ਠੰਡ ਜ਼ਿਆਦਾ ਹੋਣ ਕਰਕੇ ਕਈ ਵਾਰਾਂ ਵਾਪਸ ਥੱਲੇ ਆ ਜਾਂਦੇ ਸਾਂ ਗੋਬਿੰਦ ਘਾਟ। ਤੇ ਇੱਕ ਦਿਨ ਜਦੋਂ ਅਸੀਂ ਗਏ ਮਹਾਰਾਜ ਦੇ ਦੁਆਰ, ਭਾਈ ਪਾਠ ਕਰਦੇ ਆ, ਅੱਗੇ ਕੀ ਤੱਕਿਆ ਕਿ ਮਹਾਰਾਜ ਦਾ ਪ੍ਰਕਾਸ਼ ਹੋਇਆ ਹੋਇਆ ਹੈ। ਉਚਾਰਨ ਕਰੋ ਸ੍ਰੀ। ਔਰ ਕੀਰਤਨ ਦੀ ਆਵਾਜ਼ ਆ ਰਹੀ ਹੈ, ਕਿਤਨੀ ਮਿੱਠੀ ਧੁਨ ਔਰ ਕਿਤਨਾ ਸੋਹਣਾ ਕੀਰਤਨ ਹੋ ਰਿਹਾ ਹੈ। ਆਪ ਵਿਸਮਾਦ ਵਿੱਚ ਚਲੇ ਗਏ, ਬਈ ਪਤਾ ਨਹੀਂ ਕੋਈ ਮਿਲਿਆ ਤਾਂ ਹੈ ਨਹੀਂ, ਇੱਥੇ ਸੰਗਤ ਕਿਵੇਂ ਪਹੁੰਚ ਗਈ ਹੈ ਜੋ ਕੀਰਤਨ ਕਰ ਰਹੀ ਹੈ। ਤਾਂ ਜਦੋਂ ਜਾ ਕੇ ਅੰਦਰ ਜਾ ਕੇ ਮੱਥਾ ਟੇਕਿਆ, ਕੀ ਤੱਕਿਆ, ਬਈ ਗੁਰੂ ਸਾਹਿਬ ਤਾਂ ਸੁਖ ਆਸਨ ਕੀਤੇ ਸੀ, ਪ੍ਰਕਾਸ਼ ਹੋਏ ਪਏ ਹਨ, ਪਰ ਕੋਈ ਆਦਮੀ ਨਜ਼ਰ ਨਹੀਂ ਆ ਰਿਹਾ। ਉਚਾਰਨ ਕਰੋ ਸ੍ਰੀ। ਆਪ ਸੁਣਾਇਆ ਕਰਦੇ ਸਨ ਕਿ ਕਈ ਵੇਰਾਂ ਕੁਝ ਗੁਰਮੁਖਾਂ ਦੇ ਵੀ ਦਰਸ਼ਨ ਹੋਏ ਔਰ ਸਾਰੇ ਹੀ ਜਿਤਨੇ ਵੀ ਨੀਲੇ ਬਸਤਰ ਵੀ ਪਹਿਰੇ ਹੋਏ ਔਰ ਸਫੈਦ ਬਸਤਰ ਵੀ ਪਹਿਰੇ ਹੋਏ, ਸ਼ਸਤਰ ਬਸਤਰਾਂ ਵਿੱਚ ਭਰਪੂਰ ਗੁਰੂ ਕੇ ਸਿੱਖ ਉੱਥੇ ਆ ਕੇ ਤੇ ਪਾਠ ਸੁਣ ਰਹੇ ਹਨ। ਨੇਤਰ ਖੁੱਲੇ, ਸੋਚਿਆ ਬਈ ਇਹਨਾਂ ਨੂੰ ਪੁੱਛੀਏ ਤੁਸੀਂ ਕੌਣ ਹੋ, ਤਾਂ ਉਹ ਆਪ ਹੀ ਕਹਿਣ ਲੱਗੇ, ਭਾਈ ਤੁਸੀਂ ਸ਼ੰਕਾ ਨਾ ਕਰੋ, ਅਸੀਂ ਸ਼ਹੀਦ ਸਿੰਘ ਹਾਂ ਤੇ ਇੱਥੇ ਹੀ ਰਹਿੰਦੇ ਹਾਂ। ਹੋਰ ਵੀ ਕੁਝ ਸੰਗਤ ਸਾਡੇ ਨਾਲ ਹੈ, ਉਹ ਵੀ ਇੱਥੇ ਰਹਿੰਦੀ ਹੈ ਔਰ ਨਿਤਨੇਮ ਕਰਦੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਮੇਜਰ ਸੰਧੂ ਜਦੋਂ ਗਏ ਹਨ ਜਥਾ ਲੈ ਕੇ, ਉਹਨਾਂ ਨੂੰ ਮਹਾਂਪੁਰਖਾਂ ਨੇ ਦੱਸਿਆ, ਬਈ ਗੋਬਿੰਦ ਧਾਮ ਤੋਂ ਸੱਜੇ ਪਾਸੇ ਜਿਹੜਾ ਰਸਤਾ ਮੁੜਦਾ ਹੈ ਨਾ, ਉਹ ਸਾਰੀਆਂ ਰਿਖੀਆਂ ਮੁਨੀਆਂ ਦੀਆਂ ਹੀ ਪੁਰੀਆਂ ਹਨ। ਬੜੇ ਬੜੇ ਮਹਾਂਪੁਰਖ ਬੈਠੇ ਹਨ ਔਰ ਕਈ ਯੁਗਾਂ ਤੋਂ ਬੈਠੇ ਹਨ। ਤਾਂ ਉੱਥੋਂ ਦੇ ਪਹਾੜੀਆਂ ਨੂੰ ਨਾਲ ਲੈ ਕੇ ਮੇਜਰ ਸੰਧੂ ਜਦੋਂ ਗਏ ਨਾ, ਕੁਝ ਦੂਰ ਗਏ ਤਾਂ ਕੀ ਤੱਕਿਆ, ਇੱਕ ਤਪਸਵੀ
ਜਿਹਦੇ ਭਰਭਿੱਟੇ ਚਿੱਟੇ ਹਨ, ਅੱਖਾਂ ਲੁਕੀਆਂ ਹੋਈਆਂ ਹਨ ਔਰ ਐਨ ਸਫੈਦ ਵਾਲ ਹਨ, ਸਰੀਰ ਤੇ ਚਿੱਟੇ ਦੁੱਧ ਵਰਗਾ। ਤੇ ਕਹਿਣ ਲੱਗੇ ਜਦੋਂ ਅਸੀਂ ਨਮਸਕਾਰ ਕੀਤੀ, ਮਹਾਰਾਜ ਆਪ ਕਦੋਂ ਦੇ ਇੱਥੇ ਬਿਰਾਜ ਰਹੇ ਹੋ? ਤੇ ਕਹਿਣ ਲੱਗੇ ਅਸੀਂ ਕਈ ਯੁੱਗ ਹੋ ਗਏ ਹਨ ਇੱਥੇ ਬਿਰਾਜਦਿਆਂ, ਇੱਥੇ ਰਹਿੰਦਿਆਂ ਸਾਨੂੰ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਸੁਣਨ ਵਾਲੇ ਮਨੁੱਖ ਨੂੰ ਇਸ ਵਿੱਚ ਸ਼ੰਕਾ ਨਹੀਂ ਕਰਨੀ ਚਾਹੀਦੀ, ਕਿਉਂਕਿ ਜਦੋਂ ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਪਾਤਸ਼ਾਹ ਇਹਨਾਂ ਨੇ ਕਾਰ ਸੇਵਾ ਕਰਾਈ ਹੈ ਸ੍ਰੀ ਹਰਿਮੰਦਰ ਸਾਹਿਬ ਦੀ, ਤੇ ਸੰਤੋਖ ਸਰ ਦੀ ਇਹ ਜਗ੍ਹਾ ਖੁਦਾਈ ਹੋ ਰਹੀ ਸੀ ਤਾਂ ਇੱਕ ਮੱਠ ਨਿਕਲਿਆ ਸੀ। ਸੇਵਕਾਂ ਨੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੱਗੇ, ਮਹਾਰਾਜ ਮੱਠ ਨਿਕਲਿਆ। ਕਹਿਣ ਲੱਗੇ ਕੋਈ ਗੱਲ ਨਹੀਂ, ਟੁੱਟਣ ਨਾ ਦੇਣਾ, ਇਸ ਨੂੰ ਆਰਾਮ ਨਾਲ ਕੱਢ ਲਓ ਮੱਠ। ਇਹਦੇ ਵਿੱਚ ਇੱਕ ਰਿਖੀ ਬੈਠਾ ਹੈ, ਦੁਆਪਰ ਯੁੱਗ ਤੋਂ ਉਸ ਨੂੰ ਵਰਦਾਨ ਸੀ ਕਿ ਤੂੰ ਬਹਿ ਜਾ ਸਿਮਰਨ ਵਿੱਚ, ਔਰ ਪੰਜਵੇਂ ਰੂਪ ਵਿੱਚ ਗੁਰੂ ਅਰਜਨ ਦੇਵ ਦੇ ਰੂਪ ਵਿੱਚ ਜਦੋਂ ਅਸੀਂ ਆਵਾਂਗੇ ਤਾਂ ਤੇਰੀ ਕਲਿਆਣ ਹੋਏਗੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ ਰਿਖੀ ਦੇ ਨਾਂ ਤੇ ਹੀ ਸੰਤੋਖ ਸਰ ਗੁਰਦੁਆਰਾ ਬਣਾ ਦਿੱਤਾ। ਅੱਜ ਵੀ ਆਪ ਜਾਂਦੇ ਹੋ ਸ੍ਰੀ ਹਰਿਮੰਦਰ ਸਾਹਿਬ ਤਾਂ ਪਹਿਲਾਂ ਸੰਤੋਖ ਸਰ ਆਉਂਦਾ ਹੈ ਗੁਰਦੁਆਰਾ। ਦੁਆਪਰ ਯੁੱਗ ਦਾ ਰਿਖੀ ਬੈਠਾ ਸੀ ਤਪੱਸਿਆ ਕਰਦਾ, ਤੇ ਜਦੋਂ ਮੱਠ ਖੋਲਿਆ ਉਸਨੇ ਭਰਭਿੱਟੇ ਅੱਖਾਂ ਦੇ ਉੱਪਰ ਕੀਤੇ, ਪੁੱਛਣ ਲੱਗਾ ਹੁਣ ਕਿਹੜਾ ਯੁੱਗ ਹੈ? ਕਿ ਜੀ ਕਲ ਯੁੱਗ ਹੈ ਤੇ ਗੁਰੂ ਨਾਨਕ, ਕਿਉਂਕਿ ਕਲ ਯੁੱਗ ਦੇ ਮਾਲਕ ਤਾਂ ਗੁਰੂ ਨਾਨਕ ਹਨ। ਤਾਂ ਆਖਿਆ ਜੀ ਹੁਣ ਪੰਜਵੇਂ ਗੁਰੂ ਨਾਨਕ ਦਾ ਨਿਵਾਸ ਹੈ, ਗੁਰੂ ਅਰਜਨ ਦੇਵ ਮਹਾਰਾਜ। ਹੁਣ ਉੱਥੇ ਗੁਰੂ ਨਾਨਕ ਦੀ ਜੋਤ ਬਿਰਾਜ ਰਹੀ ਹੈ। ਤਾਂ ਫਿਰ ਇਸ ਰਿਖੀ ਨੇ ਸਿਫਤ ਸਲਾਹ ਕੀਤੀ ਮਾਲਕ ਦੀ ਕਿ ਧਨ ਹੈ ਕਿ ਮੇਰੀ ਵੀ ਤਪੱਸਿਆ ਸੰਪੂਰਨ ਹੋਈ ਹੈ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹਦਾ ਸਰਬ ਕਲਿਆਣ ਕੀਤਾ ਔਰ ਇਹਦੇ ਨਾਂ ਤੇ ਹੀ ਸਰੋਵਰ ਸਾਹਿਬ ਬਣਾ ਦਿੱਤਾ। ਕਈ ਮਨੁੱਖ ਸ਼ੰਕਾ ਕਰਦੇ ਹਨ ਬਈ ਪਤਾ ਨਹੀਂ ਇਹਨੇ ਯੁੱਗ ਤੋਂ ਰਿਖੀ ਮੁਨੀ ਉਧਰ ਕਿਵੇਂ ਰਹਿ ਰਹੇ ਹਨ। ਪਿਆਰੀ ਸਾਧ ਸੰਗਤ, ਇੱਕ ਮਹਾਂਪੁਰਖ ਸਨ, ਉਹਨਾਂ ਨੇ ਇੱਕ ਚਿੱਟੇ ਸ਼ੇਰ ਤੇ ਸਵਾਰੀ ਕਰਦਿਆਂ ਇੱਕ ਮਹਾਂਪੁਰਖ ਤਪਸਵੀ ਨੂੰ ਵੇਖਿਆ ਸੀ। ਔਰ ਕਈ ਮਹਾਂਪੁਰਖ ਆਉਂਦੇ ਸਨ ਇਹਨਾਂ ਕੋਲ, ਹਵਾਲਦਾਰ ਮੋਦਨ ਸਿੰਘ ਹੋਰਾਂ ਕੋਲ ਵੀ ਆਉਣੇ। ਇੱਕ ਮਹਾਂਪੁਰਖ ਜਦੋਂ ਤਪਸਵੀ ਆਏ, ਉਹ ਬੋਲਦੇ ਨਹੀਂ ਸਨ, ਬੜੇ ਪ੍ਰਸੰਨ ਹੋਣ ਤਾਂ ਕਿਤੇ ਅਸ਼ੀਰਵਾਦ ਦਿੰਦੇ ਸਨ। ਉੱਥੇ ਦੇ ਪਹਾੜੀਆਂ ਨੇ ਦੱਸਿਆ ਬਈ ਇੱਥੇ ਨੇੜੇ ਤੇੜੇ ਹੀ ਵਿਚਰਦੇ ਹਨ ਉਹ ਮਹਾਂਪੁਰਖ, ਪਰ ਬੋਲਦੇ ਨਹੀਂ। ਤੇ ਸੰਤ ਸੋਹਣ ਸਿੰਘ ਜੀ ਕਹਿਣ ਲੱਗੇ ਇੱਕ ਵਾਰੀ ਉਹ ਮਹਾਂਪੁਰਖਾਂ ਦੇ ਦਰਸ਼ਨ ਹੋਏ, ਮੈਂ ਨਮਸਕਾਰ ਕੀਤੀ, ਉਹਨਾਂ ਨੇ ਹੱਥ ਨਾਲ ਅਸ਼ੀਰਵਾਦ ਦਿੱਤੀ ਤੇ ਮੁਖ ਤੋਂ ਬੋਲੇ ਵੀ ਸਹੀ। ਕਹਿਣ ਲੱਗੇ शाबाश, बहुत अच्छा काम कर रहे हो, यही जगह है जहां दुष्ट दमन दाता जी ने घोर तपस्या की है। उच्चारण करो श्री वाहिगुरु। तो इसलिए इन्हीं तपस्या करके महाराज ने संसार ते आके जुल्म दा टाकरा कीता, अपना सब कुछ बलिदान दे दिता और नमूना होके दसिया कि हर गुरसिख दा फर्ज है कि मेरा मुझ में किछ नहीं, जो किछ है सो तेरा, तेरा तुझको सौंपते क्या लागे मेरा। ये सब कुछ बाग परिवार धन दौलत महल मारियां उस निरंकार दियां जेड़ा अपना समझदा है ओ जे गुरसिख नहीं बनिया, सिक्खी विच देरी है। फिर किवें सिखां ने अपने बलिदान दिते, वारिया अपने आप। तो गुरसिख जो है प्यारी साध संगत, वो अपना सब कुछ गुरु का समझदा है। ये गुरसिखी दी निशानी है, वो अपना सब कुछ गुरु दा समझदा है। गुरु का सिख तां ये भी चाहुंदा है कि मेरे शरीर दी मिट्टी भी गुरु दे दर ते ही रहे, दूर ना जावे। भाई साहब नंद लाल जी जो गुरु गोबिंद सिंह महाराज दे 52 कवियां विचों श्रोमणी कवि सन, और महाराज हर पूर्णमाशी ते 52 कवियां नूं सद के कीर्तन कविता दरबार करिया करदे सन और सारियां कवियां नूं निवाजिया करदे सन, सन्मानित करदे सन।
ਉਹਨਾਂ ਵਿੱਚੋਂ ਸ਼੍ਰੋਮਣੀ ਕਵੀ ਸਨ ਭਾਈ ਸਾਹਿਬ ਆਨੰਦ ਲਾਲ ਜੀ, ਔਰ ਸਤਿਗੁਰਾਂ ਦੇ ਚਰਨਾਂ ਦੇ ਭਵਰੇ ਸਨ, ਪਰਵਾਨੇ ਸਨ, ਸਤਿਗੁਰਾਂ ਦੇ دیਵਾਨੇ ਸਨ ਉਹ। ਤੇ ਕਹਿਣ ਲੱਗੇ ਐ ਹਵਾ ਨੂੰ ਕਹਿਣ ਲੱਗੇ ਭਾਈ ਮੇਰੇ ਸਰੀਰ ਦੀ ਜਦੋਂ ਰਾਖ ਬਣ ਜਾਵੇ ਤੇ ਇਹ ਨਾ ਕਰੀ ਬਈ ਕਿਸੇ ਨੂੰ ਉਸ ਮਿੱਟੀ ਨੂੰ ਉਡਾ ਕੇ ਮਤੇ ਕਿਸੇ ਹੋਰ ਦੇ ਦੁਆਰ ਤੇ ਲੈ ਜਾਵੇਂ। ਐ ਹਵਾ ਮੇਰੇ ਸਰੀਰ ਦੀ ਮਿੱਟੀ ਨੂੰ ਸੁਆਹ ਨੂੰ ਉਡਾ ਕੇ ਨਾ ਲੈ ਜਾਈ, ਮੇਰੇ ਦੁਸ਼ਮਣ ਮੇਰੀ ਭੰਡੀ ਕਰਨਗੇ। ਬਈ ਆਨੰਦ ਲਾਲ ਹਰਜਾਈ ਹੈ, ਇੱਕ ਦਾ ਨਹੀਂ ਹੋ ਕੇ ਰਿਹਾ। ਇਸ ਲਈ ਗੁਰੂ ਕਾ ਸਿੱਖ ਕਹਿੰਦਾ ਮੇਰੇ ਸਰੀਰ ਦੀ ਮਿੱਟੀ ਵੀ ਗੁਰੂ ਦੇ ਦਰ ਤੇ ਪਈ ਰਵੇ। ਪਿਆਰੀ ਸਾਧ ਸੰਗਤ, ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਪਾਸ ਰਾਏ ਬਹਾਦਰ ਨਾਰਾਇਣ ਸਿੰਘ ਜੀ ਆਇਆ ਕਰਦੇ ਸਨ, ਔਰ ਉਸ ਸਮੇਂ ਦੇ ਸਭ ਤੋਂ ਅਮੀਰ ਗੁਰੂ ਕੇ ਲਾਲ ਔਰ ਧਾਰਮਿਕ ਵਿਚਾਰਾਂ ਵਿੱਚ ਵੀ ਸਭ ਤੋਂ ਅਮੀਰ ਸਨ। ਅੱਜ ਦਾ ਸਿੱਖ ਮਾਇਆ ਕਰਕੇ ਤਾਂ ਭਾਵੇਂ ਅਮੀਰ ਹੁੰਦਾ ਜਾ ਰਿਹਾ, ਪਰ ਨਿਤਨੇਮ ਵਿੱਚ ਸ਼ਰਧਾ ਵਿੱਚ ਅਸੀਂ ਕੰਗਾਲ ਹੁੰਦੇ ਜਾ ਰਹੇ ਹਾਂ। ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ, ਸੰਤਾਂ ਮਹਾਂਪੁਰਖਾਂ ਦੀ ਸੰਗਤ ਕਰਨੀ। ਬਾਬਾ ਜੀ ਕਿਆ ਕਰਦੇ ਸਨ, ਅਸੀਂ ਸੰਤ ਦੋਖੀ ਨਹੀਂ ਬਣਨਾ, ਸੰਤ ਸੇਵਕ ਬਣਨਾ। ਪਰ ਉਹਨਾਂ ਦਾ ਜਿਹੜੇ ਮਹਾਂਪੁਰਖ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਹਨ, ਜਿਹੜੇ ਇਧਰੋਂ ਤੋੜ ਕੇ ਆਪਣੇ ਨਾਲ ਜੋੜਦੇ ਹਨ, ਉਹਨਾਂ ਦੀ ਸੰਗਤ ਤੋਂ ਕਿਨਾਰਾ ਕਰੋ, ਘਾਟਾ ਹੀ ਘਾਟਾ ਹੈ। ਰਾਏ ਬਹਾਦਰ ਨਾਰਾਇਣ ਸਿੰਘ ਜੀ ਇੱਕ ਵਾਰੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਜਦੋਂ ਦਿੱਲੀ ਆਏ ਤਾਂ ਕਹਿਣ ਲੱਗੇ, ਮਹਾਰਾਜ ਹੁਣ ਤੁਸੀਂ ਪੰਜਾਬ ਦੀ ਫੇਰੀ ਲਾਉਣੀ ਹੈ, ਥਾਂ ਥਾਂ ਤੇ ਸੰਗਤਾਂ ਨੂੰ ਉਤਾਰਨਾ ਹੈ, ਤੇ ਕਿਰਪਾ ਕਰੋ ਮੈਨੂੰ ਆਗਿਆ ਬਖਸ਼ੋ, ਮੈਂ ਬੜਾ ਸੁੰਦਰ ਅਸਥਾਨ ਇੱਥੇ ਬਣਾ ਦੇਵਾਂ। ਤੇ ਬਾਬਾ ਜੀ ਕਹਿਣ ਲੱਗੇ ਇੰਨਾ ਰੁਪਈਆ ਮਹਾਰਾਜ ਕੀ ਫਰਕ ਪੈਂਦਾ ਜੇ 15-20 ਲੱਖ ਰੁਪਈਆ ਲੱਗ ਵੀ ਗਿਆ ਤਾਂ ਕਾਹਦੇ ਲਈ ਭਾਈ ਤੂੰ ਇਤਨੀ ਸੇਵਾ ਕਰ ਰਿਹਾ ਕਿ ਮੇਰੀ ਕਲਿਆਣ ਹੋਵੇ। ਬਾਬਾ ਜੀ ਕਹਿਣ ਲੱਗੇ ਜੇ ਗੁਰਦੁਆਰਾ ਬਣਵਾ ਕੇ ਤੇਰੀ ਕਲਿਆਣ ਕੀਤੀ ਤਾਂ ਕੀ ਕੀਤੀ, ਤੂੰ 2.5 ਘੰਟੇ ਰੋਜ਼ ਨਿਤਨੇਮ ਕਰ ਤੇ ਘਰਦਿਆਂ ਨੂੰ ਕਹਿ ਜਾਵੀਂ ਜਦੋਂ ਤੇਰਾ ਸਰੀਰ ਸ਼ਾਂਤ ਹੋਵੇ, ਕੋਈ ਇੱਕ ਫੁੱਲ ਇੱਕ ਹੱਡੀ ਸਾਡੇ ਕੋਲ ਪਹੁੰਚ ਜਾਵੇ ਤੇ ਫਿਰ ਗੁਰੂ ਨਾਨਕ ਦੇ ਚਰਨਾਂ ਵਿੱਚ ਪਹੁੰਚਾ ਦੇਾਂਗੇ ਤੈਨੂੰ। ਬਾਬਾ ਜੀ ਹਮੇਸ਼ਾ ਕਿਰਪਾ ਕਰਿਆ ਕਰਦੇ ਸਨ, ਜਦੋਂ ਕੋਈ ਫੁੱਲ ਆਉਣੇ ਉਹਨਾਂ ਨੂੰ ਰਗੜਾ ਕੇ ਤੇ ਸਾਧ ਸੰਗਤ ਜਿੱਥੇ ਬੈਠਦੀ ਸੀ ਉੱਥੇ ਛਿੜਕਾ ਕਰਵਾ ਦੇਣਾ। ਤਾਂ ਮਹਾਂਪੁਰਖ ਕਲਿਆਣ ਕਰਦਾ ਹੈ, ਕਲਿਆਣ ਕਰਤਾ ਹੁੰਦਾ ਹੈ। ਇਸੇ ਤਰ੍ਹਾਂ ਅਨੇਕਾਂ ਦਾ ਕਲਗੀਧਰ ਪਾਤਸ਼ਾਹ ਨੇ ਵੀ ਉਧਾਰ ਕੀਤਾ। ਇਸ ਲਈ ਹੇਮਕੁੰਟ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ, ਹੇਮਕੁੰਟ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ। ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਹੇਮਕੁੰਟ ਦਾ ਤਪਸਵੀ ਆਇਆ ਉਹ ਦੁਨੀਆ ਦੇ ਤਾਰਨੇ ਨੂੰ, ਹੇਮਕੁੰਟ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ। ਹੇਮਕੁੰਟ ਦਾ ਤਪਸਵੀ ਆਇਆ ਦੁਨੀਆ ਦੇ ਤਾਰਨੇ ਨੂੰ। पातशाही 10वें कब्यो बच बेनती चौपाई। हमरी करो हाथ दे रक्षा
पूर्ण होए चित्त की इच्छा, तब चरणन मन रहे हमारा, अपना जान करो प्रतिपारा। हमरे दुष्ट सबे तुम काओ, आप हाथ दे मोहे बचाओ, सुखी बसे मोरो परिवारा। सेवक सिख सबे करतारा, और अच्छा निज कर दे करे, सब बैरन को आज संघर है। पूर्ण होए हमारी आशा, दूर भजन की रहे प्यासा। तुम्हें छाड़ कोई अवर न त्याऊं, जो कर चाहो सो तुम थे पाओ। सेवक सिख हमारे तारिय, चुन चुन शत्रु हमारे मारिय। आप हाथ दे मुझे उभरे, मरण काल का त्रासन वरे। पूजो सदा हमारे पच्छा, श्रेयस तुझ जो करियो रक्षा। राख ले हो मोह राखण हारे, साहिब संत सहाय प्यारे। दीन बंद दुष्टन के हंता, तुम हो पुरी चतुर्दश कंता। काल पाए ब्रह्मा बपतरा, काल पाए शिव जू अवतरा। काल पाए कर विष्णु प्रकाशा, सकल काल का किया तमाशा। जमन काल जोगी शिव कियो, वेद राज ब्रह्मा ज्योतियो। जमन काल सब लोक सवारा, नमस्कार है ताहे हमारा। जमन काल सब जगत बनायो, देव दैत जयचन उपजायो। आद अंत एक अवतारा, सोई गुरु समझियो हमारा। नमस्कार तिसरी को हमारी, सकल प्रजा जिन आप सवारी। शिव कन को शिव गुण सुख दियो, शत्रन को बल मोह बध कियो। कट कट के अंतर की जानत, भले बुरे की तीर पहचानत। चीटी ते कुंचर यस तोला, सब पर कृपा दृष्टि कर खोला। संतन दुख पाए ते दुखी, सुख पाए साधन के सुखी। एक एक की पीर पहचान, कट कट के पट पट की जान। जब उद करत करा कर तारा, सजा तरत तब दे अपारा। जब अकर्क करत हो कब हूँ, तुम मैं मिलत दे तर सब हूँ। जेते बदन श्रेष्ठ सब तारे, आप अपने बोझ उतारे। तुम सब ही ते रहत निरालम, जानत वेद भेद हर आलम। निरंकार निर्विकार निर्लंब, आद अनिल अनाद असंभ। ताका मूड उचारित पेदा, जाको भेद न पावत बेदा। ताको कर पाहन अनुमानत, महामूड कछ भेद न जानत। महादेव को कहते सदाशिव, निरंकार का चीनत न पेव। आप अपने बुध है जेती, वर्णत पेन पेन कोई तेती। तुमरा लखा न जाए पसारा, कह विद सदा प्रथम संसारा। एक रूप अनूप स्वरूपा, रंग भयो राव कहे पूपा। अंडज जे रज से तज कीनी, उत भुज खान बहु रच देने। कहो फूल राजा है बैठा, कहो सिमट भयो शंकरे कैठा। सगरे श्रेष्ठ दिखाए अचंभव, आदि जुगाद स्वरूप से अम्भव। अब रक्षा मेरी तुम करो, सिख उबार सिख संघरो। दुष्ट जिते उठवत उत्पाता, सकल मलेच्छ करो रण खाता। जे अस तुझ तब सरणी पर, इनके दुष्ट दुखत हवे मरे। मूर्ख जवन पग परे तिहारे, इनके तुम संकट सब तारे। जो कल को एक बार ते आए हैं, ताके काल निकट न है। रक्षा होए ताहे सब काला, दुष्ट अरिष्ट डरे तत्काला। कृपा दृष्ट तन जाए न हर हो, ताके ताप तनक मोहर हो। रिद्ध सिद्ध कर्मो सब होई,
दुष्ट छाछ सके न कोई। एक बार जिन तुम्हें संवारा, खाली फांसते ताहे तुम्हारा। जिन नर नाम तिहारो कहा, दारद दुष्ट दोख तेरा। तड़क के तुम्हें शरण तिहारी, आप हाथ दे ले हो बारी। सर्व ठोर मोहो सहाय, दुष्ट दोख ते ले हो बचाई। वाहिगुरु 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 भज मन मेरे एको नाम, जी तेरे कह आवे वाहिगुरु 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 वाहिगुरु। राम कली महला तीजा, आनंद ओंकार सतगुर आनंद पया मेरी माए, सतगुरु मैं सतगुर ता पाया सहज सेती, मन वजियां वादारियां। राग रतन परवार परियां, शब्द गावण शब्दों ता गावो हरि तेरा, मन जनी नानक आनंद हुआ सतगुरु मैं पाया। ये मन मेरा तू सदा रहो हर नाल रहो तू मन मेरे, दुख सब विसार। अंगीकार हो करे तेरा, कारज सब सवार। सबना गल्लां समरथ सुआमी, सो क्यों मनो विसारी। कह नानक मन मेरे, सदा रहो हर नाम। साचे साहिबा क्या नाही घर तेरे, घर तेरे सब कुछ है, सो पावे। सदा सिफ्त सलाह तेरी, नाम मन वसावे। नाम जिनके मन वसिया, वाजे शब्द कलेरे। है नानक सचे साहिब क्या नाही घर तेरे, साचा नाम मेरा साच नाम आधार मेरा। जिन दुखा सब गवाया, कर शांत सुख मन आवसिया। जिन इच्छा सब पुजारिया, सदा कुर्बान किता गुर विठू, जिस दियां एह वड्याइयां। कह नानक सुनो संतो, शब्द करो प्यारो। साचा नाम मेरा वाजे पंच शब्द जित, करस पागे करस पागे। शब्द वाजे कला जित भरतारिया, पंच दूत तुत वस कीते, काल कंठ कमारे।
नानक गुर चरण लागे, वाजे अनहद तुमे सलो। पवन गुरु प्राणी पिता, माता तरत महा। दिवस रात धोए दाई दाया, हिले सगल जगत। चंगियाइयां बुरियाइयां, वाचे धर्म हदूर। धर्मी आपो आपनी, नेड़े के दूर। जिनी नाम ते आया, के मसकत काल। नानक ते मुख उजले, खेती छुट्टी नाल। नानक ते मुख उजले, खेती छुट्टी नाल, छुट्टी नाल। जय गुरु जी की। अब हम मंत्र जाप करेंगे। नमः शिवाय। शिव जी सदा गुरुजी
जय गुरु जी की।